सूबे च माइनिंग माफिया किस कदर बेखौफ है, इस दी गवाही भरदियां तस्वीरां तां हर रोज़ ही निकल के सामने आउंदियां ने। पर अज जो एक्सक्लूसिव तस्वीरां असीं तुहाडे सामने लैके हाज़र होए हां, वो वाकई होश उड़ा के रख देण वालियां ने, होश फाख्ता कर देण वालियां ने। मुख मंत्री चरणजीत सिंह चन्नी दे अपने हलके च माइनिंग माफिया ने किस कदर तबाही मचाई हुई है, इस दी गवाही भरदियां तस्वीरां इस रिपोर्ट दे राहीं वेखो। मुख मंत्री साहब, ਤੁਸੀਂ ਤਾਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਚ ਐਲਾਨ ਕੀਤਾ ਸੀ ਨਾ ਕਿ ਪੰਜਾਬ ਨੂੰ ਹਰ ਤਰ੍ਹਾਂ ਦੇ ਮਾਫੀਏ ਤੋਂ ਛੁਟਕਾਰਾ ਦਿਵਾਓਗੇ। ਪਰ ਇਹ ਕੀ, ਤੁਹਾਡਾ ਤਾਂ ਆਪਣਾ ਹਲਕਾ ਹੀ ਮਾਈਨਿੰਗ ਮਾਫੀਏ ਦੇ ਨਿਸ਼ਾਨੇ ਤੇ ਆਇਆ ਹੋਇਆ ਹੈ। दूर दूर तक तस्वीरां तुसीं देख सकते हो, दूर दूर तक जिहड़ा माइनिंग इत्थे हो रही सीगी। पाइपलाइन ਜਿਹੜੀਆਂ ਮਸ਼ੀਨਾਂ ਲੱਗੀਆਂ ਨੇ ਉਹਨਾਂ ਦੇ ਰਾਹੀਂ ਟਿੱਪਰਾਂ ਦੇ ਵਿੱਚ ਜਿਹੜਾ ਰੇਤਾ ਭਰਿਆ ਜਾ ਰਿਹਾ ਸੀਗਾ। ਜਦੋਂ ਇੱਥੇ ਮੀਡੀਆ ਦੀਆਂ ਟੀਮਾਂ ਪਹੁੰਚੀਆਂ ਤਾਂ ਇਹ ਮਸ਼ੀਨਾਂ ਨੂੰ ਛੱਡ ਕੇ ਜਿਹੜੇ ਡਰਾਈਵਰ ਹੈਗੇ ਉਹ ਭੱਜ ਗਏ। ਤਸਵੀਰਾਂ ਮੁੱਖ ਮੰਤਰੀ ਦੇ ਹਲਕੇ ਚਮਕੌਰ ਸਾਹਿਬ ਦੀਆਂ ਨੇ, ਜਿੱਥੋਂ ਦੇ ਪਿੰਡ ਜਿੰਦੇਪੁਰ 'ਚ ਮਾਈਨਿੰਗ ਮਾਫੀਆ ਕੀ ਕਹਿਰ ਬਰਾ ਰਿਹਾ ਹੈ, ਆਸਾਨੀ ਦੇ ਨਾਲ ਵੇਖਿਆ ਜਾ ਸਕਦਾ। ਵੱਡੀਆਂ ਵੱਡੀਆਂ ਮਸ਼ੀਨਾਂ ਦੇ ਨਾਲ ਰੇਤਾ ਕੱਢ ਕੇ ਜ਼ਮੀਨ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਪਰ ਇੱਥੇ ਸਿਰਫ ਕੁਦਰਤ ਦਾ ਕਾਣ ਹੀ ਨਹੀਂ ਕੀਤਾ ਜਾ ਰਿਹਾ, ਨਾ ਹੀ ਸਿਰਫ ਮਾਈਨਿੰਗ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇੱਥੇ ਤਾਂ ਮਾਈਨਿੰਗ ਮਾਫੀਆ ਨੇ ਜੰਗਲਾਤ ਮਹਿਕਮੇ ਦੀ ਜ਼ਮੀਨ ਨੂੰ ਵੀ ਨਹੀਂ ਬਖਸ਼ਿਆ। ਇੱਥੇ ਆ ਕੇ ਇੱਕ ਹੈਰਾਨੀ ਦੀ ਗੱਲ ਸਾਨੂੰ ਦੇਖਣ ਨੂੰ ਮਿਲੀ ਹੈ ਕਿ ਇੱਥੇ ਜਿਹੜੇ ਫੋਰੈਸਟ ਡਿਪਾਰਟਮੈਂਟ ਹੈਗੇ ਆ ਉਹਦੀਆਂ ਜਿਹੜੀਆਂ ਗਾਈਡਲਾਈਨਸ ਹੈਗੀਆਂ ਉਹਦੀਆਂ ਖੁੱਲ੍ਹੇਆਮ ਸਰੇਆਮ ਜਿਹੜੀਆਂ ਧੱਜੀਆਂ ਉੱਡ ਰਹੀਆਂ ਨੇ। ਇਹ ਬੂਟੇ ਜਿਹੜੇ ਹੈਗੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਏਰੀਆ ਦੇ ਵਿੱਚ ਲਗਾਏ ਗਏ ਨੇ। ਕਾਨੂੰਨ ਮੁਤਾਬਕ ਜਦੋਂ ਇਹ ਜਿਹੜੇ ਬੂਟੇ ਲਗਾਏ ਗਏ ਨੇ ਇਹਨੂੰ ਕੋਈ ਵੀ ਜਿਹੜਾ ਪੱਟ ਨਹੀਂ ਸਕਦਾ। ਲੇਕਿਨ ਇੱਥੇ ਤੁਸੀਂ ਆਹ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੇ ਕਿ ਹਜ਼ਾਰਾਂ ਦੀ ਗਿਣਤੀ ਦੇ ਇਹ ਬੂਟੇ ਲਗਾਏ ਗਏ ਸੀਗੇ, ਉਹ ਕਈ ਬੂਟਿਆਂ ਨੂੰ ਜਿਹੜਾ ਪੁੱਟ ਦਿੱਤਾ ਗਿਆ ਗਾ। ਪਿੰਡ ਜਿੰਦੇਪੁਰ ਦਾ 486 ਏਕੜ ਰਕਬਾ ਜੰਗਲਾਤ ਮਹਿਕਮੇ ਦੇ ਅਧੀਨ ਆਉਂਦਾ ਹੈ। ਇਸ ਰਕਬੇ 'ਚ ਫਨ ਕੈਂਪਾਂ ਸਕੀਮ ਦੇ ਤਹਿਤ ਹਜ਼ਾਰਾਂ ਦੀ ਤਾਦਾਦ 'ਚ ਸ਼ੀਸ਼ਮ ਸਣੇ ਹੋਰ ਕਈ ਬੂਟੇ ਲਗਾਏ ਗਏ, ਜਿਸ ਦਾ ਮਕਸਦ ਪੰਜਾਬ 'ਚ ਜੰਗਲਾਤ ਰਕਬੇ 'ਚ 5% ਦਾ ਇਜ਼ਾਫਾ ਕਰਨਾ ਸੀ। ਪਰ ਬੇਖੌਫ ਮਾਈਨਿੰਗ ਮਾਫੀਆ ਜਦੋਂ ਸਰਕਾਰ ਦੀ, ਕਾਨੂੰਨ ਦੀ, ਪੁਲਿਸ ਦੀ ਪਰਵਾਹ ਨਹੀਂ ਕਰਦਾ ਤਾਂ ਇਹਨਾਂ ਬੇਜ਼ੁਬਾਨ ਬੂਟਿਆਂ ਦੀ ਕੀ ਹੀ ਔਕਾਤ। ਸੋ ਮਾਫੀਏ ਦੀਆਂ ਮਸ਼ੀਨਾਂ ਹੇਠ ਤਰੜ ਕੇ ਇਹਨਾਂ ਬੂਟਿਆਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਜੋ ਵੱਧ ਤੋਂ ਵੱਧ ਮਾਈਨਿੰਗ ਕੀਤੀ ਜਾ ਸਕੇ। ਇਹ ਬੂਟੇ ਲਾਉਣ ਵਾਲੇ ਆਪ ਮੰਨ ਰਹੇ ਨੇ ਕਿ ਉਹਨਾਂ ਵੱਲੋਂ ਲਾਏ ਗਏ ਬੂਟੇ ਹੁਣ ਪੁੱਟ ਦਿੱਤੇ ਗਏ ਨੇ। ਇੱਥੇ ਕੰਮ ਕਰ ਰਹੇ ਹੋ? डेली बेस वर्क कर रहे हैं फॉरेस्ट डिपार्टमेंट तो ही। ਅੱਛਾ, ਕੀ ਕਰ ਰਹੇ ਜੀ ਤੁਸੀਂ? ਅਸੀਂ ਸਰ ਬੂਟੇ ਲਗਾ ਰਹੇ ਹਾਂ। ਕਿਹੜੇ ਕਿਹੜੇ ਬੂਟੇ ਲਗਾ ਰਹੇ ਹੋ? ਉਰੇ ਸਿਸਮ ਲੱਗ ਰਹੀ ਹੈ ਜੀ ਫਿਲਹਾਲ ਤਾਂ ਜੀ, ਜਾਂ ਡਕੇਨ ਲਾਈ ਆ ਲਗਾਈ ਡੇਕ। ਹਾਂਜੀ, ਤੇ ਉਹ ਕਿੱਥੇ ਕਿੱਥੇ ਤੱਕ ਲੱਗੀ ਹੈ ਜੀ? ਇਹ ਸਾਰਾ ਦੇਖੋ ਜੀ ਫਿਲਹਾਲ ਤਾਂ ਜੀ ਉਹ ਸਟੈਪ ਤੋਂ ਪਰਲੇ ਪਾਸੇ ਤੇ ਵੀ ਲਾਣੀ ਸ਼ੁਰੂ ਕਰਿਆ ਆ ਇੱਧਰ ਤੋਂ ਆ ਸਿਰੇ ਤੱਕ ਜਿੱਥੇ ਤੱਕ ਜਾਣੀ ਕਿ ਦੌਲਪੁਰ ਦੀ ਹੱਦ ਆ ਜੰਗਲਾਤ ਦੀ ਜਗ੍ਹਾ ਜੀ। ਕਿੰਨੇ ਹਜ਼ਾਰ ਬੂਟੇ ਲੱਗਣੇ ਜੀ? ਉਰੇ ਤਕਰੀਬਨ 10-12 ਹਜ਼ਾਰ ਬੂਟਾ ਲੱਗੂਗਾ ਜੀ। ਜੀ ਜਿਹੜੇ ਲੱਗੇ ਆ ਤੇ ਉਹ ਪੱਟੇ ਹੋਏ ਕਿ ਲੱਗਦੇ ਜੀ? ਉਹ ਤਾਂ ਦੇਖੋ ਜੀ ਹੁਣ ਉਹਨਾਂ ਨੂੰ ਪਤਾ ਹੋਣਾ ਕਿ ਟੱਕ ਵਾਲੇ ਨੂੰ ਅਸੀਂ ਤਾਂ ਲਗਾ ਹੀ ਜਾਂਦੇ ਆ। ਉਹ ਤਾਂ ਪੱਟੀ ਜਾ ਰਹੇ, ਤੁਸੀਂ ਲਗਾਈ ਜਾ ਰਹੇ? ਸਰ ਹੁਣ ਅਸੀਂ ਕੀ ਕਰ ਸਕਦੇ, ਸਾਡਾ ਕੰਮ ਆ ਲਾਣਾ। ਸਾਨੂੰ ਸਾਹਿਬ ਨੇ ਕਿਹਾ ਤਾਂ ਲਾਤ, ਠੀਕ ਨਹੀਂ, ਉਹਨਾਂ ਨੂੰ ਪਤਾ ਹੋਊਗਾ ਜੀ, ਠੀਕ ਨਹੀਂ, ਜਾਂ ਜਿਹੜੇ ਟੱਕ ਚਲਾਉਂਦੇ ਉਹਨਾਂ ਨੂੰ ਪਤਾ, ਸਾਨੂੰ ਇਸ ਬਾਰੇ ਨਹੀਂ ਪਤਾ। ਉਹ ਆਏ ਤੇ ਜੀ ਸਾਡੇ ਅਫਸਰ, ਇਹਨਾਂ ਨੇ ਕਿਹਾ ਬਈ ਅਸੀਂ ਬੰਦ ਨਹੀਂ ਕਰਨਾ। ਅੱਛਾ, ਹਾਂਜੀ। ਕੀ ਨਹੀਂ ਬੰਦ ਕਰਨਾ? ਬਈ ਟੱਕ। ਅੱਛਾ, ਹਾਂਜੀ। ਉਹ ਬੂਟੇ ਪੱਟਦੇ? ਹਾਂਜੀ। ਕਿੰਨੇ ਕੁ ਬੂਟੇ ਪੱਟ ਹੋਏ ਆ ਜੀ? ਦੇਖੋ ਜੀ ਐ ਹੁਣ ਦਾਜਾ ਸਾਨੂੰ ਕਿਆ ਪਤਾ ਜੀ। ਅੱਛਾ ਅੱਛਾ, ਇਹ ਤਾਂ ਐ ਆ ਵੀ ਹੁਣ ਅਸੀਂ ਤਾਂ ਲਾ ਰਹੇ ਹਾਂ, ਗਡਾਈ ਕਰ ਰਹੇ ਹਾਂ। ਤੁਸੀਂ ਲਾਈ ਜਾ ਰਹੇ, ਪਿੱਛੇ ਪੱਟ ਹੋਈ ਜਾ ਰਹੇ? ਉਧਰ ਪੱਟ ਤੇ ਜੀ। ਹਾਂਜੀ। ਜ਼ਿਕਰੇ ਖਾਸ ਹੈ ਕਿ ਮਾਈਨਿੰਗ ਮਾਫੀਆ ਵੱਲੋਂ ਕੀਤੀ ਗਈ ਹੈ ਕਰਤੂਤ ਇੰਡੀਅਨ ਫਾਰੈਸਟ ਐਕਟ 1927, ਫਾਰੈਸਟ ਕੰਜ਼ਰਵੇਸ਼ਨ ਐਕਟ 1980 ਅਤੇ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਸਿੱਧੀ ਉਲੰਘਣਾ ਕਰਦੀ ਹੈ। ਪਰ ਹੈਰਾਨੀ ਦੀ ਗੱਲ ਵੇਖੋ, ਜਦੋਂ ਇੱਥੇ ਤੈਨਾਤ ਜੰਗਲਾਤ ਮਹਿਕਮੇ ਦੇ ਅਫਸਰ ਨੇ ਇਸ ਦੀ ਲਿਖਤ ਸ਼ਿਕਾਇਤ ਮੈਜਿਸਟ੍ਰੇਟ ਨੂੰ ਦਿੱਤੀ ਤਾਂ ਮਾਫੀਏ ਤੇ ਕਾਰਵਾਈ ਦੀ ਥਾਂ ਉਸ ਅਫਸਰ ਦਾ ਹੀ ਤਬਾਦਲਾ ਕਰ ਦਿੱਤਾ ਗਿਆ, ਜਿਸ ਨਾਲ ਮਾਈਨਿੰਗ ਮਾਫੀਆ ਦੇ ਬੇਖੌਫ ਹੋਣ ਦੀ ਵਜ੍ਹਾ ਵੀ ਸਾਫ਼ ਹੋ ਜਾਂਦੀ ਹੈ। ਪਰ ਲਗਾਤਾਰ ਰੇਤਾ ਕੱਢੇ ਜਾਣ ਕਾਰਨ ਪਿੰਡ ਜਿੰਦੇਪੁਰ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਦਾਅ ਤੇ ਲੱਗੀ ਹੋਈ ਹੈ। ਇਸ ਕਰਕੇ ਉਹਨਾਂ 'ਚ ਵੱਡੇ ਪੱਧਰ ਤੇ ਰੋਸ ਵੇਖਣ ਨੂੰ ਮਿਲ ਰਿਹਾ। ਹਰ ਕੋਈ ਮੁੱਖ ਮੰਤਰੀ ਤੇ ਉਂਗਲਾਂ ਚੁੱਕ ਰਿਹਾ। ਇਹ ਬਣ ਵਿਭਾਗ ਵਾਲੇ ਬੰਦੇ। ਹਾਂਜੀ, ਪੱਟੇ ਜਾ ਰਹੇ, ਪੱਟ ਵੀ ਰਹੇ ਆ ਇਹ ਵੀ ਹੁਣ ਇਹੀ ਟੱਕ ਵਾਲੇ ਪਟਵਾ ਰਹੇ ਜੀ।
ਸਾਰੇ ਬੂਟੇ ਬਾਟੇ ਜਿੰਨਾ ਵੀ ਕਹਿੰਦੇ ਵੀ ਰੇਤਾ ਜੰਗਲਾਤ ਚ ਚੱਕ ਲਓ ਬਸ। ਹਾਂਜੀ ਸਾਡੇ ਪਿੰਡਾਂ ਨੂੰ ਤਾਂ ਬਹੁਤ ਖਤਰਾ ਹੋਇਆ ਬਈ, 7-8 ਪਿੰਡ ਸਾਡੇ ਸਾਰੇ ਟੋਟਲ ਵੀ ਇਹ ਪੂਰੇ ਖਤਰੇ 'ਚ ਹੈ। ਇਹ ਬੂਟੇ ਪੱਟੇ ਗਏ ਜੀ, ਜੰਗਲਾਤ ਦਾ ਮਹਿਕਮਾ ਸਾਰਾ, ਜੰਗਲਾਤ ਦੀ ਜਗ੍ਹਾ ਸਾਰੀ ਆ ਨਵੇਂ ਬੂਟੇ ਮਸਾ, ਇਹ ਬੂਟੇ ਅਸੀਂ ਮਸਾ ਲਾਏ ਆ, ਇਹ ਦੁਬਾਰਾ ਫੇਰ ਸਾਰੇ ਪੱਟਤੇ ਇਹਨਾਂ ਨੇ। ਇਹ ਬੂਟੇ ਦੀ ਪੱਟੀ ਦੀ ਸਜ਼ਾ ਹੋਣੀ ਚਾਹੀਦੀ ਆ, ਨਹੀਂ ਹੋਣੀ ਚਾਹੀਦੀ। ਜੇ ਕੋਈ ਬੰਦਾ ਬੂਟਾ ਤੋੜਦਾ ਤੇ ਉਹਨੂੰ ਸਜ਼ਾ ਮਿਲਦੀ ਆ। ਇਹ ਚੰਨੀ ਸਾਹਿਬ ਦਾ, ਸੀਐਮ ਸਾਹਿਬ ਦਾ ਏਰੀਆ, ਇਹ ਖੁਦ ਕਰਾ ਰਿਹਾ, ਚੰਨੀ ਸਾਹਿਬ ਆਪ ਕਰਾ ਰਹੇ, ਨਾਲ ਲਾ ਕੇ ਕਰਾ ਰਹੇ ਕੰਮ ਜੋ ਕਰਾ ਰਹੇ ਨੇ, ਤੇ ਇਹਦਾ ਜਵਾਬ ਰਖਾਉਣਾ, ਤੁਸੀਂ ਇਹਦਾ ਜਵਾਬ ਰਖਾਉਣਾ। ਹੁਣ ਜਿੰਨੇ ਵੀ ਬੂਟੇ ਲਗਾਏ ਸੀਗੇ ਇਹਨੂੰ ਆਪਾਂ ਦਫਾ 4 ਵਾਲੀ ਜ਼ਮੀਨ ਕਹਿੰਦੇ ਆ। ਇਹ ਪੰਜਾਬ ਗਵਰਨਮੈਂਟ ਦੀ ਜ਼ਮੀਨ ਹੈ, ਜੰਗਲਾਤ ਮਹਿਕਮੇ ਦੀ, ਉਸ ਤੇ ਮਾਈਨਿੰਗ ਚੱਲ ਰਹੀ ਹੈ। ਬਿਲਕੁਲ ਬਿਲਕੁਲ। ਹੁਣ ਜਿਹੜੇ ਕਾਨੂੰਨ ਇਨਫੋਰਸਮੈਂਟ ਕਰਨੇ ਵਾਲੇ ਆ, ਚਰਨਜੀਤ ਸਿੰਘ ਚੰਨੀ ਜਿਹੜਾ ਮੁੱਖ ਮੰਤਰੀ ਹੈ ਪੰਜਾਬ ਦਾ, ਉਹਦਾ ਵਿੱਚ ਹਿੱਸਾ ਹੈ, 2 ਨੰਬਰ 'ਚ ਹਿੱਸਾ ਜਾਂਦਾ ਉਹਨਾਂ ਨੂੰ। ਉਹ ਕਿੱਥੋਂ ਕਰਨਗੇ, ਲਾ ਕਿਵੇਂ ਇਨਫੋਰਸਮੈਂਟ ਕਰਨਗੇ ਇਹਦੀ? ਜਿਹੜੀ ਆਹ ਤੁਹਾਡੇ ਸਾਹਮਣੇ ਕੱਚੀ ਸੜਕ ਆ ਰਹੀ ਹੈ ਨਾ, ਇਹ ਤੇ ਜਿੰਨੇ ਵੀ ਟ੍ਰੇਲਰ ਹੈ, ਜਦੋਂ ਇਹ ਭਰ ਕੇ ਜਾਂਦੇ ਆ, ਇਹ ਉਹਦੇ ਵਿੱਚ ਰੇਤੇ ਦੇ ਵਿੱਚ ਪਾਣੀ ਹੁੰਦਾ ਹੈ। ਪਾਣੀ ਹੋਰ ਕਰਨਾ, ਇਹ 3-3 4-4 ਫੁੱਟ ਦਾ ਦੇਖ ਲਓ ਧਸੀ ਹੋਈ ਹੈ ਨੀਚੇ। ਇਹ ਗਵਰਨਮੈਂਟ ਨੇ ਕਿਉਂ ਬਣਾਈ ਹੈ? ਗਵਰਨਮੈਂਟ ਨੇ ਇਸ ਕਰਕੇ ਬਣਾਈ ਹੈ ਵੀ ਜਿਹੜੇ 30-40 ਪਿੰਡ ਹੈ ਨਾ, ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। 3-4 ਸਾਲ ਪਹਿਲਾਂ ਪਾਣੀ ਆ ਗਿਆ ਸੀਗਾ, ਅਗਰ ਇਹ ਟੁੱਟ ਜਾਂਦਾ ਹੈ ਤਾਂ ਜਾਣੀ ਕਿ 30-40 ਪਿੰਡਾਂ ਦੇ ਜਿਹੜੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ, ਡੰਗਰਾਂ ਦਾ ਨੁਕਸਾਨ ਵੀ ਹੋ ਸਕਦਾ ਹੈ, ਔਰ ਫਸਲ ਦਾ ਨੁਕਸਾਨ ਵੀ ਹੋਣਾ ਹੀ ਹੋਣਾ ਹੈ। ਜਿਹੜੇ ਸਾਡੇ ਸੀਐਮ ਸਾਹਿਬ ਆ, ਉਸ ਟਾਈਮ ਇੱਥੇ ਐਮਐਲਏ ਸੀ ਮੌਜੂਦਾ, ਉਹ ਖੁਦ ਰਾਤ ਨੂੰ ਆਉਂਦੇ ਰਹੇ ਆ ਜੀ। ਪਰ ਅਸੀਂ ਉਹਨਾਂ ਨੂੰ ਵੀ ਬਹੁਤ ਰਿਕੁਐਸਟਾਂ ਕਰ ਲਈਆਂ ਵੀ ਸਰ ਕਰੋ, ਉਹਨਾਂ ਦੇ ਕੋਈ ਲੋਕਲ ਤੋਂ ਉਹਨਾਂ ਦੇ ਸੰਪਰਕ 'ਚ ਉਹਨਾਂ ਨੂੰ ਵੀ ਬਹੁਤ ਕਿਹਾ, ਪਰ ਸਾਡੀ ਸੁਣੀ ਨਹੀਂ ਗਈ। ਜਿਹੜੀ ਇਹ ਮਾਈਨਿੰਗ ਹੋ ਰਹੀ, ਲੱਗਦਾ ਉਹ ਨਜਾਇਜ਼ ਹੈ ਜਾਂ ਇਲੀਗਲ ਹੈ? ਦੇਖੋ ਜੀ, ਜਿਹੜੀ ਜੰਗਲਾਤ 'ਚ ਹੋ ਰਹੀ ਆ ਉਹਨੂੰ ਤਾਂ ਅਸੀਂ ਨਜਾਇਜ਼ ਹੀ ਕਹਾਂਗੇ। ਇਹਨਾਂ ਦੇ ਪੇਪਰ ਕਦੇ ਸਾਨੂੰ ਦਿਖਾਉਂਦੇ ਨਹੀਂ। ਇਹ ਜੰਗਲਾਤ ਜਿਹੜੇ ਬੂਟੇ ਪੱਟੇ ਜਿਹੜਾ ਕੀ ਸਮਝਦਾ, ਕੀ ਕਾਰਵਾਈ ਹੋਣੀ ਚਾਹੀਦੀ? ਦੇਖੋ ਜੀ, ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਉਹਨਾਂ ਬੰਦਿਆਂ ਦੇ ਪਰਚਾ ਹੋਣਾ ਚਾਹੀਦਾ ਜੀ। ਕਿਉਂਕਿ ਜੇ ਕੋਈ ਗਰੀਬ ਬੰਦਾ ਕੋਈ ਮਾੜਾ ਮੋਟਾ ਲੈ ਲੈਂਦਾ ਤਾਂ ਉਹਦੇ ਵਿੱਚ ਉਹਨੂੰ ਜਦੇ ਇਹ ਅਰੈਸਟ ਕਰਨ ਤੱਕ ਜਾਂਦੇ, ਸਾਰਾ ਕੁਝ ਮੌਕੇ ਤੇ ਕਰ ਦਿੰਦੇ। ਪਰ ਇੱਥੇ ਹੁਣ ਧੜੱਲੇਦਾਰ ਬੰਦੇ ਆ ਜੀ, ਉਹਨਾਂ ਦਾ ਕੁਝ ਨਹੀਂ ਕਰਦੇ। ਪੀਟੀਸੀ ਨਿਊਜ਼ ਵੱਲੋਂ ਪਹਿਲਾਂ ਵੀ ਕਈ ਵਾਰ ਸੂਬੇ 'ਚ ਵੱਖੋ-ਵੱਖ ਥਾਵਾਂ ਤੇ ਹੋ ਰਹੀ ਨਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਦੇ ਆਪਣੇ ਹਲਕੇ ਦੇ ਇਹ ਹਾਲ ਨੇ ਤਾਂ ਬਾਕੀ ਸੂਬੇ ਦੇ ਕੀ ਹਾਲ ਹੋਣਗੇ, ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਪੀਟੀਸੀ ਨਿਊਜ਼ ਲਈ ਚਮਕੌਰ ਸਾਹਿਬ ਤੋਂ ਦਲਜੀਤ ਸਿੰਘ ਦੀ ਰਿਪੋਰਟ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਮੁਕਤਸਰ ਸਾਹਿਬ ਦੇ ਪਿੰਡ ਭੁੰਦੜ 'ਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਬਾਈਕ ਸਵਾਰ ਅਣਪਛਾਤੇ ਬਦਮਾਸ਼ਾਂ ਦੇ ਵੱਲੋਂ ਇੱਕ ਸ਼ਖਸ ਨੂੰ ਉਸੇ ਦੀ ਦੁਕਾਨ 'ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸ਼ਖਸ ਤੇ ਇਲਜ਼ਾਮ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ। ਇਸ ਤੇ ਮਾਮਲਾ ਵੀ ਦਰਜ ਹੋਇਆ ਸੀ ਤੇ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਮੁਕਤਸਰ ਦਾ ਪਿੰਡ ਭੁੰਦੜ ਬੀਤੀ ਰਾਤ ਗੋਲੀਆਂ ਦੀ ਆਵਾਜ਼ ਦੇ ਨਾਲ ਦਹਿਲ ਗਿਆ। ਚਰਨਦਾਸ ਨਾਮ ਦੇ ਇੱਕ ਡੇਰਾ ਪ੍ਰੇਮੀ ਦਾ ਉਸੇ ਦੀ ਹੀ ਦੁਕਾਨ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਵੱਲੋਂ ਇਲਾਕੇ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ, ਕਿਉਂਕਿ ਜਿਸ ਦਾ ਕਤਲ ਹੋਇਆ ਸੀ ਉਹ ਕੋਈ ਆਮ ਸ਼ਖਸ ਨਹੀਂ ਸੀ। ਇਸ ਸ਼ਖਸ ਤੇ ਇਲਜ਼ਾਮ ਸਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ। ਸੂਤਰਾਂ ਮੁਤਾਬਕ ਜਦ ਮ੍ਰਿਤਕ ਚਰਨਦਾਸ ਪਿੰਡ 'ਚ ਹੀ ਆਪਣੀ ਕਰਿਆਨੇ ਦੀ ਦੁਕਾਨ ਤੇ ਬੈਠਿਆ ਸੀ ਤਾਂ ਮੋਟਰਸਾਈਕਲ ਸਵਾਰ ਕੁਝ ਅਣਪਛਾਤੇ ਵਿਅਕਤੀ ਉੱਥੇ ਆਉਂਦੇ ਨੇ ਤੇ ਇਸ ਤੋਂ ਬਾਅਦ ਉਸ ਤੇ ਗੋਲੀਆਂ ਵਰਾਉਣੀਆਂ ਸ਼ੁਰੂ ਕਰ ਦਿੰਦੇ ਨੇ। ਗੰਭੀਰ ਹਾਲਤ 'ਚ ਉਸ ਨੂੰ ਇਲਾਜ ਦੇ ਲਈ ਬਠਿੰਡਾ ਲਿਜਾਇਆ ਜਾਂਦਾ ਹੈ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਹੀ ਚਰਨਦਾਸ ਨਾਮ ਦੇ ਇਸ ਸ਼ਖਸ ਦੀ ਮੌਤ ਹੋ ਜਾਂਦੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰ ਚਰਨਦਾਸ ਸੀ ਕੌਣ। ਸਾਲ 2018 'ਚ ਪਿੰਡ ਭੁੰਦੜ 'ਚ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ। ਬੇਅਦਬੀ ਕਰਨ ਦੇ ਇਲਜ਼ਾਮ ਚਰਨਦਾਸ ਨਾਮ ਦੇ ਐਸੇ ਸ਼ਖਸ ਤੇ ਉਸ ਦੀ ਭਰਜਾਈ ਤੇ ਲੱਗੇ ਸਨ। ਜਾਣਕਾਰੀ ਮੁਤਾਬਕ ਚਰਨਦਾਸ ਤੇ ਉਸ ਦੀ ਭਰਜਾਈ ਗੁਰਦੁਆਰਾ ਸਾਹਿਬ 'ਚੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੁੱਕ ਕੇ ਲਿਜਾ ਰਹੇ ਸਨ ਤੇ ਇਹਨਾਂ ਨੂੰ ਅਜਿਹਾ ਕਰਦਿਆਂ ਗ੍ਰੰਥੀ ਵੱਲੋਂ ਵੇਖ ਲਿਆ ਗਿਆ ਸੀ। ਦੋਹਾਂ ਤੇ ਬੇਅਦਬੀ ਕਰਨ ਦੇ ਇਲਜ਼ਾਮਾਂ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ। ਚਰਨਦਾਸ ਜ਼ਮਾਨਤ ਤੇ ਬਾਹਰ ਆਇਆ ਹੋਇਆ ਸੀ। ਨਾ ਪਿੰਡ ਭੁੰਦੜ ਦੇ ਵਿੱਚ ਨਾ ਇੱਕ ਕਰਿਆਨੇ ਦੀ ਦੁਕਾਨ ਕਰਦਾ ਸੀ ਚਰਨਦਾਸ ਨਾਮ ਦਾ ਬੰਦਾ, ਤੇ ਇਹ ਸ਼ਾਮ ਨੂੰ ਕੋਈ 7:15 7:30 ਦੇ ਵਿੱਚ 2 ਬੰਦੇ ਦੀ ਦੁਕਾਨ ਤੇ ਆਏ ਆ। ਉਹ ਆ ਕੇ ਕਹਿਣ ਲੱਗੇ ਵੀ ਸਾਨੂੰ ਨਾ ਖੰਡ ਚਾਹ ਪਾ ਦੇ। ਉਹ ਜਦੋਂ ਖੰਡ ਚਾਹ ਪਾਉਣ ਲੱਗਿਆ ਤੇ ਇੱਕ ਬੰਦਾ ਬਾਹਰ ਮੋਟਰਸਾਈਕਲ ਤੇ ਖੜਾ ਰਿਹਾ, ਇੱਕ ਬੰਦਾ ਅੰਦਰ ਚਲਾ ਗਿਆ ਦੁਕਾਨ ਦੇ ਵਿੱਚ।
ਉਸ ਦੁਕਾਨ ਦੇ ਵਿੱਚ ਜਦੋਂ ਇਹ ਐਂਟਰ ਕੀਤਾ, ਉੱਥੇ ਉਹਦੀ ਮਾਂ ਵੀ ਸੀਗੀ, ਅੰਦਰ ਹੀ ਦੁਕਾਨ ਦੇ ਵਿੱਚ ਬੈਠੀ ਸੀਗੀ। ਤੇ ਉਹ ਕਹਿਣ ਲੱਗ ਪਿਆ ਵੀ ਨਾ ਜਿਹੜਾ ਤੂੰ ਖੰਡ ਚਾਹ ਪਾਈ ਆ ਨਾ, ਇਹਨੂੰ ਡਬਲ ਕਰ ਦੇ ਲਿਫਾਫਾ। ਜਦੋਂ ਲਿਫਾਫਾ ਡਬਲ ਕਰਨ ਵਾਸਤੇ ਨਾ ਉਹ ਝੁਕਣ ਲੱਗੇ ਲਿਫਾਫਾ ਚੱਕਣ ਵਾਸਤੇ, ਉਹਦੇ ਮੂੰਹ ਤੇ ਫਾਇਰ ਮਾਰਿਆ। ਇਹ ਕਿਹੜੀ ਚੀਜ਼ ਦਾ, ਕਿਹੜੇ ਵੈਪਨ ਦਾ ਫਾਇਰ ਮਾਰਿਆ ਹਾਲੇ ਤੱਕ ਪਤਾ ਨਹੀਂ ਲੱਗਿਆ। ਇਹ ਪਤਾ ਲੱਗਿਆ ਹੈਗਾ ਵੀ ਉਹ ਪੁਰਾਣਾ ਹੈਗਾ, ਇਹਦੀ ਆਪਣੇ ਨਾਲ ਭਰਜਾਈ ਨਾਲ ਰੌਲਾ ਸੀਗਾ। ਉਹ ਕਹਿੰਦੇ ਸੀ ਤੂੰ ਝੂਠਾ, ਉਹ ਕਹਿੰਦੇ ਤੂੰ ਤਾਂ ਉਹਨੇ ਜਿਹੜਾ ਨਾ ਸਿਰ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਚੱਕਿਆ ਸੀਗਾ ਬਗੈਰ ਗ੍ਰੰਥੀ ਨੂੰ ਕਾਨਫਰੰਸ ਲਈ। ਜ਼ਮਾਨਤ ਤੇ ਆਇਆ ਹੋਇਆ ਸੀ ਹੁਣ ਬਾਹਰ। ਹਾਂ, ਉਹ ਜ਼ਮਾਨਤ ਹੋ ਗਈ ਸੀ ਉਹਦੀ। ਉਧਰ ਇਸ ਸਨਸਨੀਖੇਜ਼ ਵਾਰਦਾਤ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਪੁਲਿਸ ਵੱਲੋਂ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਲਾਕੇ 'ਚ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਪਿੰਡ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ। ਜਦ ਪਰਿਵਾਰ ਵੱਲੋਂ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉਸ ਮੌਕੇ ਵੀ ਪਿੰਡ 'ਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ। ਮੁਕਤਸਰ ਦੇ ਐਸਐਸਪੀ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦ ਹੀ ਮੁਲਜ਼ਮ ਉਹਨਾਂ ਦੀ ਗ੍ਰਿਫਤ 'ਚ ਹੋਣਗੇ। ਜਿਹੜਾ ਹੈਗਾ ਚਰਨਦਾਸ ਦਾ ਸੰਸਕਾਰ ਹੋ ਗਿਆ, ਬਿਲਕੁਲ ਸ਼ਾਂਤੀ ਆ, ਕੋਈ ਇਹੋ ਜਿਹੀ ਗੱਲ ਨਹੀਂ। ਬਾਕੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਹੈਗੀਆਂ ਉਹ ਅਸੀਂ ਕੰਮ ਕਰਨਾ ਸ਼ੁਰੂ ਕਰ ਰਾਤ ਹੀ ਕੰਮ ਕਰਨਾ ਸ਼ੁਰੂ ਕਰਤਾ ਹੈਗਾ ਤੇ ਜਲਦੀ ਇਸ ਕੇਸ ਨੂੰ ਟ੍ਰੇਸ ਕਰਾਂਗੇ। ਬਾਕੀ ਸਾਡੀ ਹੁਣ ਇਨਵੈਸਟੀਗੇਸ਼ਨ ਜਿਹੜੀ ਸ਼ੁਰੂ ਕਰ ਦਿੱਤੀ ਹੈਗੀ ਆ। ਕਿੰਨੇ ਬੰਦੇ ਖਿਲਾਫ ਸਰ ਮਾਮਲਾ ਦਰਜ ਕੀਤਾ ਗਿਆ? 2 ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਬਾਈਕ ਤੇ ਆਈ ਸੀ ਸਰ? ਉਹ ਜੋ ਸਾਡੇ ਕੋਲ ਇਨਫੋਰਮੇਸ਼ਨ ਆ ਉਹ ਬਾਈਕ ਤੇ ਆਈ ਸੀ। ਕੋਈ ਸੀਸੀਟੀਵੀ ਸਰ ਕੋਈ ਪਿੰਡ 'ਚ ਦੇਖੀ? ਸੀਸੀਟੀਵੀ ਫੁਟੇਜ ਜਿਹੜੀ ਹੈ ਇੱਦਾਂ ਨੇੜੇ ਤਾਂ ਨਹੀਂ ਹੈ, ਪਰ ਅਸੀਂ ਜਿਹੜੇ ਆਲੇ ਦੁਆਲੇ ਜਿਹੜੀ ਹੋਰ ਸੀਸੀਟੀਵੀ ਫੁਟੇਜ ਹੈਗੀ ਆ ਉਹ ਅਸੀਂ ਚੈੱਕ ਕਰ ਰਹੇ ਹਾਂ। ਇਸ ਵਾਰਦਾਤ ਦੇ ਸਾਹਮਣੇ ਆਉਣ ਤੋਂ ਬਾਅਦ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ। ਕੀ ਇਸ ਦੇ ਪਿੱਛੇ ਸੂਬੇ ਦੀ ਅਮਨ ਸ਼ਾਂਤੀ ਭੰਗ ਕਰਨ ਦੀ ਕੋਈ ਸਾਜ਼ਿਸ਼ ਹੈ ਜਾਂ ਫਿਰ ਮਾਮਲਾ ਕੁਝ ਹੋਰ ਹੈ? ਪੂਰੀ ਤਸਵੀਰ ਤਾਂ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਸਾਫ਼ ਹੋ ਸਕਦੀ ਹੈ। ਪੀਟੀਸੀ ਨਿਊਜ਼ ਲਈ ਮੁਕਤਸਰ ਤੋਂ ਕੁਲਦੀਪ ਰੇਣੀ ਦੀ ਰਿਪੋਰਟ। ਤੁਹਾਨੂੰ ਗੁਆਂਢੀ ਸੂਬੇ ਹਰਿਆਣਾ ਦੀ ਖਬਰ ਵਿਖਾਉਂਦੇ ਆ ਕਿ ਕਿਵੇਂ ਸ਼ਰਾਬ ਦੇ ਨਸ਼ੇ 'ਚ ਧੁੱਤ ਇੱਕ ਡਰਾਈਵਰ ਸਵਾਰੀਆਂ ਨਾਲ ਖਚਾ-ਖਚ ਭਰੀ ਹੋਈ ਬੱਸ ਨੂੰ 175 ਕਿਲੋਮੀਟਰ ਚਲਾ ਕੇ ਪਹੁੰਚਿਆ ਟੋਹਾਣਾ ਤੇ ਇੱਥੇ ਆ ਕੇ ਫਿਰ ਸ਼ਰਾਬ ਪੀਣ ਲੱਗਾ। ਫਿਰ ਅੱਗੇ ਕੀ ਹੋਇਆ, ਰਿਪੋਰਟ ਵੇਖੋ। मारोगे ना, मार लो। आराम से बैठ जा। बहुत बहुत धन्यवाद भाई। बिल्कुल वही रहो। ਬੱਸਾਂ ਉੱਤੇ ਅਕਸਰ ਲਿਖਿਆ ਹੁੰਦਾ ਹੈ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਪਰ ਸ਼ਾਇਦ ਬੱਸਾਂ ਉੱਤੇ ਹੁਣ ਇਹ ਵੀ ਲਿਖ ਦੇਣਾ ਚਾਹੀਦਾ ਹੈ ਕਿ ਸਵਾਰੀ ਆਪਣੇ ਸਮਾਨ ਨਹੀਂ, ਆਪਣੀ ਜਾਨ ਦੀ ਵੀ ਆਪ ਜ਼ਿੰਮੇਵਾਰ ਹੈ, ਕਿਉਂਕਿ ਇਹ ਮਹਿਜ਼ ਰੋਡਵੇਜ਼ ਦੀ ਲੌਰੀ ਨਹੀਂ ਹੈ, ਮੌਤ ਵਾਲੀ ਸਵਾਰੀ ਹੈ, ਮੌਤ ਵਾਲੀ। ਕਿਉਂਕਿ ਜੋ ਸਵਾਰੀਆਂ ਦੇ ਨਾਲ ਲੱਦੀ ਇਸ ਲੌਰੀ ਨੂੰ 175 ਕਿਲੋਮੀਟਰ ਚਲਾ ਕੇ ਇੱਥੇ ਪਹੁੰਚਿਆ ਹੈ, ਉਹ ਬੱਸ ਤਾਂ ਕਿ ਸਾਈਕਲ ਚਲਾਉਣ ਦੀ ਵੀ ਹਾਲਤ ਵਿੱਚ ਨਹੀਂ ਹੈ। ਸਾਈਕਲ ਵੀ ਛੱਡੋ, ਇਹ ਨਸ਼ੇ 'ਚ ਇਸ ਕਦਰ ਧੁੱਤ ਹੈ ਕਿ ਠੀਕ ਤਰ੍ਹਾਂ ਖੜਾ ਵੀ ਨਹੀਂ ਹੋ ਪਾ ਰਿਹਾ। ਸਾਰੇ ਰਸਤੇ ਇਹ ਪਲੇ ਸੌਂਗ ਗਾਉਂਦਾ ਆਇਆ ਹੋਣਾ ਹੈ। ਲੋਗ ਕਹਤੇ ਹੈ ਮੈਂ ਸ਼ਰਾਬੀ ਹੂੰ। ਤੇ ਸਵਾਰੀਆਂ ਦੁਆਵਾਂ ਮੰਨਤਾਂ ਮੰਗਦੀਆਂ ਰਹੀਆਂ ਕਿ ਰੱਬਾ ਬਸ ਇੱਕ ਵਾਰ ਸਹੀ ਸਲਾਮਤ ਆਪਣੀ ਮੰਜ਼ਿਲ ਤੱਕ ਪਹੁੰਚਾ ਦੇ, ਨੰਗੇ ਪੈਰੀ ਤੇਰੇ ਕੋਲ ਮੱਥਾ ਟੇਕਣ ਆਵਾਂਗੇ। ਤਸਵੀਰਾਂ ਹਰਿਆਣਾ ਦੇ ਕੁਰਕਸ਼ੇਤਰ ਦੀਆਂ ਨੇ, ਜਿੱਥੇ ਸ਼ਰਾਬ ਦੇ ਨਸ਼ੇ 'ਚ ਧੁੱਤ ਰੋਡਵੇਜ਼ ਦੇ ਡਰਾਈਵਰ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ। आराम से बैठ जा, आराम से बैठ जा। मार लो। आराम से बैठ जा, पी ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜਨਾਬ ਨਸ਼ੇ 'ਚ ਇਸ ਕਦਰ ਇਸ ਹੱਦ ਤੱਕ ਧੁੱਤ ਨੇ ਕਿ ਦੱਸਣ ਮੁਤਾਬਿਕ ਇਹ ਨਸ਼ੇ 'ਚ ਧੁੱਤ ਡਰਾਈਵਰ ਤੋਂ ਸ਼ਾਮ ਤੋਂ 175 ਕਿਲੋਮੀਟਰ ਬੱਸ ਚਲਾ ਪਿਹੋਵਾ ਪਹੁੰਚਿਆ ਸੀ ਤੇ ਇੱਥੇ ਪਹੁੰਚਣ ਤੇ ਇਸ ਨੇ ਹੋਰ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਬੱਸ ਦੇ ਕੰਡਕਟਰ ਵੱਲੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵੀ ਗਲ ਪੈ ਗਿਆ। कहाँ जाना था? चंडीगढ़ जी। और ये वहीं से शराब पी के चला था? ना जी ना। है कहाँ पी है? ठीक ठाक ले गाड़ी। कहाँ चाय पीने के लिए रोकी थी। नहीं ये तो बहुत टल्ली हो रहा है। चाय पीने के लिए रोकी थी। मैं चाय पीने चला गया। अच्छा कौन सी बस है ये?
किलोमीटर 17-25 किलोमीटर स्कीम की। अच्छा, किलोमीटर स्कीम वाली है। हाँ जी। तो इसमें रोडवेज का कौन सा, वो रोडवेज का है? नहीं जी, नहीं प्राइवेट होता है वो प्राइवेट होता है। हाँ जी। ਇਸ ਸ਼ਰਾਬੀ ਡਰਾਈਵਰ ਤੋਂ ਖਾਸੀ ਮੁਸ਼ੱਕਤ ਤੋਂ ਬਾਅਦ ਸ਼ਾਂਤ ਕਰਵਾ ਕੇ ਅੱਡਾ ਇੰਚਾਰਜ ਦੇ ਹਵਾਲੇ ਕਰ ਦਿੱਤਾ, ਜਿਸ ਦੇ ਵੱਲੋਂ ਸਵਾਰੀਆਂ ਦੇ ਲਈ ਇੱਕ ਬੱਸ ਦਾ ਇੰਤਜ਼ਾਮ ਕੀਤਾ ਗਿਆ ਤੇ ਸ਼ਰਾਬੀ ਡਰਾਈਵਰ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਉਹ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਗਨੀਮਤ ਦੀ ਗੱਲ ਰਹੀ है कि कोई हादसा नहीं वापरिया। मेरे को मतलब यहाँ स्टैंड इंचार्ज ने को सूचित किया है जी, जनाब ऐसे ऐसे तो साम से गड्डी चली है और ड्राइवर ने काफ़ी ड्रिंक की हुई है, उससे खुद से भी नहीं चला पा रहा, वो कैसे गड्डी चलाएगा। और बस है सवारियों से खचाखच भरी हुई थी। तो स्थिति को भांपते हुए मैंने मतलब आप लोगों को बुलाया और PCR को बुलाया, इसका ड्राइवर का मेडिकल करवा के इसको थाने में दे दिया जाएगा। ऐसा लगता है इन्होंने स्टार्टिंग से जहाँ से ये भी चला होगा तो शाम से चला है तो थोड़ी बहुत ड्रिंक की हुई होगी, तो यहाँ आने के बाद फिर इसको तलब लगी होगी, यहाँ फिर गड्डी रोक के एक साइड में इन्होंने फिर यहाँ पे ड्रिंक की है, तो काफ़ी नशा हो रहा है इससे। ਇਸ ਸ਼ਰਾਬੀ ਡਰਾਈਵਰ ਦੇ ਵੱਲੋਂ ਨਾ ਸਿਰਫ ਆਪਣੀ ਬਲਕਿ ਆਪਣੇ ਨਾਲ ਹੀ ਬੱਸ 'ਚ ਸਫ਼ਰ ਕਰ ਰਹੀਆਂ ਸਵਾਰੀਆਂ ਦੀ ਜਾਨ ਨੂੰ ਵੀ ਖਤਰੇ 'ਚ ਪਾਇਆ ਗਿਆ। ਜੋ ਹਾਲਾਤ ਇਸ ਬੱਸ ਚਾਲਕ ਦੇ ਵੀ ਸੀ, ਕਿਸੇ ਵੀ ਸਮੇਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਅੱਗੇ ਦੀ ਕਾਰਵਾਈ ਕੀ ਕੀਤੀ ਜਾਂਦੀ ਹੈ। ਕੁਰੂਕਸ਼ੇਤਰ ਤੋਂ ਅਸ਼ੋਕ ਯਾਦਵ ਦੇ ਨਾਲ ਬਿਊਰੋ ਰਿਪੋਰਟ PTC ਨਿਊਜ਼। ਸੂਬੇ 'ਚ ਕਿਸਾਨ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਸ਼ਾਇਦ ਅਜਿਹਾ ਕੋਈ ਦਿਨ ਹੋਵੇ ਜਿਸ ਦਿਨ ਸੂਬੇ ਦੇ ਕਿਸੇ ਕੋਨੇ 'ਚੋਂ ਇਹ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਨਾ ਆਵੇ ਕਿ ਅੱਜ ਇੱਕ ਹੋਰ ਕਿਸਾਨ ਨੇ ਮੌਤ ਨੂੰ ਗਲ ਲਾ ਲਿਆ ਹੈ। ਤੇ ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ। ਤਲਵੰਡੀ ਸਾਬੋ 'ਚ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਪੂਰਾ ਮਾਮਲਾ ਕੀ ਹੈ, ਰਿਪੋਰਟ ਵੇਖੋ। ਇਹ ਤਸਵੀਰ ਉਸ ਕਿਸਾਨ ਦੀ ਹੈ ਜੋ ਦੇਸ਼ ਲਈ ਅੰਨ ਪੈਦਾ ਕਰਦਾ ਸੀ। ਇਹ ਤਸਵੀਰ ਹੈ ਉਸ ਕਿਸਾਨ ਦੀ ਜਿਸ ਦਾ ਨਾਂ ਵੀ ਹੁਣ ਉਹਨਾਂ ਕਿਸਾਨਾਂ ਦੀ ਲਿਸਟ ਵਿੱਚ ਸ਼ਾਮਿਲ ਹੋ ਗਿਆ ਜਿਨ੍ਹਾਂ ਕਰਜ਼ ਦਾ ਬੋਝ ਨਾ ਸਹਾਰਦਿਆਂ ਹੋਇਆਂ ਮੌਤ ਨੂੰ ਗਲੇ ਲਗਾ ਲਿਆ, ਆਪਣੇ ਆਪ ਨੂੰ ਖਤਮ ਕਰ ਲਿਆ। ਕਰਜ਼ੇ ਦੀ ਪੰਡ ਥੱਲੇ ਅਜਿਹਾ ਦੱਬਿਆ ਕਿ ਮੁੜ ਉੱਠ ਨਾ ਸਕਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਤੋਂ, ਜਿੱਥੇ 23 ਸਾਲਾ ਕਿਸਾਨ ਜਸਲੀਨ ਸਿੰਘ ਗੱਗੂ ਨੇ ਘਰ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਮ੍ਰਿਤਕ ਕਿਸਾਨ ਦੇ ਸਿਰ ਲੱਖਾਂ ਰੁਪਏ ਦਾ ਕਰਜ਼ਾ ਸੀ। ਉਸ ਨੇ ਪਰਿਵਾਰ ਦਾ ਪੇਟ ਭਰਨ ਲਈ ਟਰੈਕਟਰ ਲੈ ਕੇ ਮਿਹਨਤ ਕੀਤੀ, ਪਰ ਕੋਰੋਨਾ ਮਹਾਮਾਰੀ ਦੌਰਾਨ ਉਸ ਦੀਆਂ ਕਿਸ਼ਤਾਂ ਨਾ ਭਰ ਸਕਿਆ, ਜਿਸ ਦੀ ਵਜ੍ਹਾ ਨਾਲ ਉਹ ਪਰੇਸ਼ਾਨ ਰਹਿੰਦਾ ਸੀ। ਇਸ ਤੋਂ ਇਲਾਵਾ ਉਸ ਦੇ ਨਰਮੇ ਦੀ ਫਸਲ ਵੀ ਗੁਲਾਬੀ ਸੁੰਡੀ ਕਰਕੇ ਖਰਾਬ ਹੋ ਗਈ ਸੀ, ਜਿਸ ਦਾ ਤਾਵ ਨਾ ਸਹਾਰਦਿਆਂ ਹੋਇਆਂ ਉਸਨੇ ਇੱਕ ਖੌਫਨਾਕ ਕਦਮ ਚੁੱਕ ਲਿਆ। ਮਾਮਲਾ ਇਹ ਬਹਿਮਣ ਜੱਸਾ ਸਿੰਘ ਦਾ ਬਈ ਮੁੰਡਾ ਸੀਗਾ ਜਸਲੀਨ, 23 ਸਾਲ ਦੀ ਉਮਰ ਹੈ। ਉਹ ਤੇ ਇੱਕ ਦਾ ਟਰੈਕਟਰ ਸੀਗਾ ਲੋਨ ਤੇ ਉਹਦੇ ਕੋਲੇ, ਬਾਕੀ ਖੇਤੀਬਾੜੀ ਕਰਦਾ ਸੀ, ਨਰਮਾ ਮਰ ਗਿਆ ਉਹਦਾ। ਇਹ ਪਹਿਲਾਂ ਬਿਮਾਰੀ ਤੇ ਫਿਰ ਹਾਲ ਕਰੋਨਾ ਕਰਕੇ ਕਰਜ਼ਾਈ ਹੋ ਗਈ ਸੀ। ਉਹਦੀ ਟੈਨਸ਼ਨ ਲੈ ਕੇ ਤੇ ਕੱਲ ਸੁਸਾਈਡ ਕਰ ਗਿਆ। ਕੱਲ ਸ਼ਾਮ ਨੂੰ ਸਵੇਰ ਪਤਾ ਲੱਗਿਆ ਇਹਨਾਂ ਨੂੰ। ਕੀ ਕਰਿਆ ਉਹਨੇ ਫਾਹਾ ਲੈ ਲਿਆ ਜੀ ਬਈ ਘਰੇ ਆਪਦੇ ਕਮਰੇ 'ਚ। ਅੱਛਾ। ਹਾਂਜੀ, ਮੰਗ ਤਾਂ ਸਰਕਾਰ ਤੋਂ ਇਹੀ ਕਰਦੇ ਆ ਵੀ ਇੱਕ ਤਾਂ ਉਹਨੂੰ ਜਿਹੜੀ ਬਣਦੀ ਸਹਾਇਤਾ ਹੈਗੀ ਸਰਕਾਰ ਵੱਲੋਂ, ਮੰਨ ਲਓ ਇੱਕ ਤਰ੍ਹਾਂ ਦਾ ਉਹ ਕਿਸਾਨ ਹੀ ਸੀ, ਛੋਟਾ ਕਿਸਾਨ, ਉਹਨੂੰ ਮਦਦ ਕੀਤੀ ਜਾਵੇ। ਇੱਕ ਜਿਹੜਾ ਉਹਦਾ ਲੋਨ ਦਾ ਉਹਦੀ ਕਾਰਵਾਈ ਕਰਵਾ ਕੇ ਉਹਦੇ ਜਿਹੜੇ ਮਾਂ ਪਿਓ ਬਜ਼ੁਰਗ ਮਾਂ ਪਿਓ ਆ ਉਹਨਾਂ ਦੀ ਮਦਦ। ਕਿੰਨਾ ਕੁ ਲੋਨ ਸੀਗਾ? ਲੋਨ ਉਹਦਾ ਬਈ ਪਿਛਲੇ ਸਾਲ ਹੀ ਮੰਨ ਲਓ ਟਰੈਕਟਰ ਕਢਾਇਆ ਸੀ, ਉਹਦਾ 4 ਕਿਸ਼ਤਾਂ ਭਰੀਆਂ, 6 ਲੱਖ ਦੇ ਨੇੜੇ ਉਹਦਾ ਲੋਨ ਵਾਲੇ ਖੜਾ ਸੀਗਾ। ਹਾਂਜੀ, ਜਾਨੀ ਟੈਨਸ਼ਨ ਲੈਂਦਾ ਸੀਗਾ। ਟੈਨਸ਼ਨ ਉਹ ਜਵਾਕ ਛੋਟੀ ਉਮਰ ਸੀਗੀ, ਸਮਝਦਾਰ ਘੱਟ ਸੀਗਾ। ਕੰਮ ਚੰਦਾ ਤੁਹਾਨੂੰ ਪਤਾ ਹੀ ਆ, ਸਰਕਾਰ ਦੀਆਂ ਨੀਤੀਆਂ ਕਰਕੇ ਚੱਲ ਨਹੀਂ ਰਹੇ। ਠੀਕ ਹੈ, ਮਾੜੇ ਕੰਮ ਹੋ ਗਏ ਸਰਕਾਰ ਦੇ। ਉਧਰ ਪੁਲਿਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ ਤੇ 174 ਦੀ ਕਾਰਵਾਈ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮੁੰਡਾ ਸੀ ਜਸਲੀਨ ਸਿੰਘ ਜੀ, ਉਮਰ ਕਰੀਬ 22 ਸਾਲ ਜੀ। ਇਹਨੇ ਟਰੈਕਟਰ ਲਿਆ ਸੀ ਕਿਸ਼ਤਾਂ ਤੇ ਲੋਨ ਜੀ। ਕਿਸ਼ਤਾਂ ਟੁੱਟ ਗਈਆਂ ਤੇ ਉਹ ਦਿਮਾਗੀ ਤੌਰ ਤੇ ਅਫਸਰ ਸੀ, ਇਸ ਕਰਕੇ ਇਹਨੇ ਫਾਹਾ ਲਿਆ। ਠੀਕ ਹੈ ਜੀ।
ਕਾਰਵਾਈ 177 ਸੀਆਰਪੀਸੀ ਕਰ ਰਹੀ ਹੈ। ਖੈਰ ਇਹ ਕੋਈ ਪਹਿਲਾ ਮਾਮਲਾ ਨਹੀਂ, ਇਸ ਤੋਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਸੂਬੇ ਦਾ ਇਹ ਹਾਲ ਅਸੀਂ ਵਿਖਾ ਚੁੱਕੇ ਹਾਂ। ਕਿਵੇਂ ਕਰਜ਼ ਦੀ ਪੰਡ ਦੇ ਥੱਲੇ ਕਿਸਾਨ ਦਬ ਰਹੇ ਨੇ, ਉਸ ਨੂੰ ਵੀ ਵਿਖਾ ਚੁੱਕੇ ਹਾਂ। ਕਿਵੇਂ ਕਿਸਾਨ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹੋ ਰਹੇ ਨੇ, ਉਸ ਨੂੰ ਸਾਹਮਣੇ ਰੱਖ ਚੁੱਕੇ ਹਾਂ। ਪਰ ਸਰਕਾਰ ਜੀ ਤਾਂ ਸ਼ਾਇਦ ਗਹਿਰੀ ਨੀਂਦ ਸੁੱਤੀ ਹੋਈ ਹੈ। ਕਿਸਾਨਾਂ ਦਾ ਦਰਦ ਉਹਨਾਂ ਨੂੰ ਵਿਖਦਾ ਹੀ ਨਹੀਂ। ਤੁਸੀਂ ਕਿਸਾਨਾਂ ਦੇ ਨਾਲ ਕਰਜ਼ ਮੁਆਫੀ ਦਾ ਵਾਅਦਾ, ਫਸਲਾਂ ਦੀ ਪੂਰੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਜ਼ਰਾ ਦੱਸੋ ਕਿ ਕਿੰਨੇ ਕੁ ਕਿਸਾਨਾਂ ਦਾ ਤੁਸੀਂ ਕਰਜ਼ਾ ਮਾਫ ਕੀਤਾ ਹੈ? ਆਏ ਦਿਨ ਸਾਹਮਣੇ ਆਉਂਦੀਆਂ ਅਜਿਹੀਆਂ ਖਬਰਾਂ ਸਾਰੀ ਹਕੀਕਤ ਨੂੰ ਬਿਆਨ ਕਰ ਰਹੀਆਂ ਨੇ। ਚੰਨੀ ਸਾਹਿਬ, ਤੁਸੀਂ ਹੀ ਦੱਸੋ ਹੁਣ ਕੀ ਸਮਝੀਏ। ਮੁਨੀਸ਼ ਕਰਗ, PTC ਨਿਊਜ਼, ਤਲਵੰਡੀ ਸਾਬੋ।